400 ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਚੁੱਕੀ ਹੈ। 400 ਵਾਰ। ਹੁਣ ਵੇਖੋ ਸਿੰਘੂ ਬਾਰਡਰ ਤੇ ਜਿਹੜੀ ਘਟਨਾ ਵਾਪਰੀ ਉਹ ਇੱਕ ਕਿੱਡਾ ਵੱਡਾ ਰਿਐਕਸ਼ਨ ਸੀ। ਇਹ ਕਿਉਂ ਹੋ ਗਿਆ? ਇਹ ਅਤਿਆਚਾਰ ਹੈ। ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਸੀ ਉਹ ਕਿ ਅਤਿਆਚਾਰ ਨਹੀਂ ਸੀ? ਨਾਲੇ ਤੁਸੀਂ ਅੱਗ ਬਾਲ ਲੈ, ਨਾਲੇ ਪਾਣੀ ਨੂੰ ਕਹਿੰਦੇ ਉਬਲਣਾ। ਹੁਣ ਇਹ ਰਿਐਕਸ਼ਨ ਹੋ ਗਿਆ। ਜੇ 400 ਵਾਰ ਕਿਸੇ ਦੇ ਹਮਲਾ ਬੋਲੋਗੇ ਨਾ, ਅਸੀਂ ਤਾਂ ਉਸ ਅਵਸਥਾ 'ਚ ਜਾ ਕੇ ਬੋਲੀਏ ਨਾ ਜਿਹੜਾ ਦਰਦ ਹੈ। ਸਾਡਾ ਦਰਦ ਨਹੀਂ ਤੁਸੀਂ ਜਾਣਦੇ। ਪੰਜਾਬ ਦੇ ਹੋਮ ਮਿਨਿਸਟਰ ਜਿਹੜੇ ਨੇ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਨੂੰ ਮਿਲਣ ਆਏ ਸੀ। ਉਹਨਾਂ ਨੇ ਬੜੀ ਹੀ ਵਧੀਆ ਕਮਿਟਮੈਂਟ ਖੈਰ ਸਾਨੂੰ ਦਿੱਤੀ ਹੈ। ਉਹਨਾਂ ਨੇ ਕਿਹਾ 10 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਜਿਹੜਾ ਉਹਦਾ ਕੇਸ ਅਸੀਂ ਬੜਾ ਸਟਰੋਂਗਲੀ ਪੁੱਟ ਅਪ ਕੀਤਾ ਹੋਮ ਮਿਨਿਸਟਰੀ ਨੂੰ, ਸੈਂਟਰ ਦੀ ਨੂੰ। ਪੰਜਾਬ ਦੇ ਵਿੱਚ ਬੇਅਦਬੀਆਂ ਦਾ ਮੁੱਦਾ ਜਿਹੜਾ ਬਹੁਤ ਅਹਿਮ ਮੁੱਦਾ ਹੈ, ਅਹਿਮ ਮਸਲਾ ਹੈ। ਹਰ ਵਾਰ ਸਿਆਸੀ ਧਿਰਾਂ ਵੱਡੀਆਂ ਸਟੇਜਾਂ ਤੋਂ ਵਾਅਦੇ ਕਰਦੀਆਂ ਨੇ ਕਿ ਆ ਪੰਜਾਬ ਦੇ ਲੋਕਾਂ ਨੂੰ ਬੇਅਦਬੀਆਂ ਦਾ ਇਨਸਾਫ ਦਿੱਤਾ ਜਾਵੇਗਾ, ਪਰ ਅਸਲ ਸੱਚਾਈ ਕੀ ਹੈ? ਗਰਾਊਂਡ ਜ਼ੀਰੋ ਤੋਂ ਰਿਐਲਿਟੀ ਕੀ ਹੈ? ਕਿ ਸੱਚਮੁੱਚ ਸਰਕਾਰਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਬੇਅਦਬੀਆਂ ਦੇ ਦੋਸ਼ੀਆਂ ਦੇ ਉੱਤੇ? ਗੱਲਬਾਤ ਕਰਦੇ ਹਾਂ। ਸਿੰਘ ਸਾਹਿਬ ਮੌਜੂਦ ਨੇ। ਸਵਾਗਤ ਤੁਹਾਡਾ ਪਹਿਲਾਂ ਤਾਂ ਵਿਜ਼ਨ ਪੰਜਾਬ ਟੀਵੀ। ਵਿਜ਼ਨ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਠੇ ਪਹਿਰ ਟਹਿਲ ਸੇਵਾ ਲਹਿਰ ਵੱਲੋਂ ਅੱਜ ਉਪ ਮੁੱਖ ਮੰਤਰੀ ਤੇ ਪੰਜਾਬ ਦੇ ਹੋਮ ਮਿਨਿਸਟਰ ਜਿਹੜੇ ਨੇ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਨੂੰ ਮਿਲਣ ਆਏ ਸੀ। ਮੁੱਖ ਪ੍ਰਯੋਜਨ ਤਾਂ ਸਾਡਾ ਉਹ ਸੀ, ਉਹਦੇ ਬਾਰੇ ਜਿੱਥੇ ਗੱਲ ਕਰਾਂਗੇ ਉੱਥੇ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਜਿਹੜੇ ਮਸਲੇ ਦੀ ਤੁਸੀਂ ਗੱਲ ਕੀਤੀ ਹੈ, ਇਹ ਇੰਨਾ ਕੁ ਗੰਭੀਰ ਮਸਲਾ ਹੈ ਨਾ, ਜਿੱਦਾਂ ਕਹਿੰਦੇ ਨਾ ਕਿ ਬਰੂਦ ਦੇ ਢੇਰ ਤੇ ਕੋਈ ਚੀਜ਼ ਬੈਠੀ ਹੁੰਦੀ ਹੈ ਨਾ, ਇਹ ਉੱਦਾਂ ਹੈ। ਇਹਦੇ ਥੱਲੇ ਅੱਗ ਪਤਾ 400 ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਚੁੱਕੀ ਹੈ। 400 ਵਾਰ ਪੰਜਾਬ ਦੀ ਧਰਤੀ ਤੇ। ਸਾਰੇ ਵਿਜ਼ਨ ਪੰਜਾਬ ਦੇ ਦਰਸ਼ਕੋ ਸੋਚਿਓ ਕਦੀ, ਪੰਜਾਬ ਜਿਉਂਦਾ ਗੁਰਾਂ ਦੇ ਨਾਮ ਉੱਤੇ ਉਸ ਧਰਤੀ ਤੇ 400 ਵਾਰ ਬੇਅਦਬੀ ਹੋ ਗਈ ਹੈ। ਆਪਾਂ ਨਕਾਰ ਨਹੀਂ ਸਕਦੇ। ਤੇ ਇੱਥੇ ਤੂੰ ਮੈਂ ਦੀ ਜਿਹੜੀ ਖੇਡ ਚੱਲਦੀ ਪਈ ਹੈ ਨਾ, ਵੇਖੋ ਅੱਜ ਸਾਡੇ ਵਰਗਿਆਂ ਨੂੰ ਕਿਉਂ ਸਾਹਮਣੇ ਆਉਣਾ ਪਿਆ। ਅਸੀਂ 2 ਮਹੀਨਿਆਂ ਤੋਂ ਘਰੋਂ ਤੋਂ ਬਾਹਰ ਆ, ਘਰ ਜਾ ਕੇ ਹੁੱਕਾ ਦੇਣੇ, ਗੁਰੂ ਘਰਾਂ 'ਚ ਹੁੱਕਾ ਦੇ ਰਹੇ ਹਾਂ ਕਿ ਗੁਰੂ ਦਾ ਦਰਬਾਰ ਸੁਣਨਾ ਨਾ ਛੱਡੋ। ਇਹਨਾਂ ਵੱਲੋਂ ਬਹੁਤ ਹੀ ਝਾਤ ਨਾ ਰੱਖੋ। ਤੁਸੀਂ ਆਪਣੇ ਗੁਰੂ ਦਾ ਸਤਿਕਾਰ ਅਦਬ ਖੁਦ ਕਰੋ। ਗੁਰੂ ਦਾ ਦਰਬਾਰ ਸੁਣਨਾ ਨਾ ਛੱਡੋ। ਬੇਅਦਬੀ ਇਸੇ ਲਈ ਹੁੰਦੀ ਹੈ ਕਿ ਗੁਰੂ ਦਾ ਦਰਬਾਰ ਸੁਣਨਾ ਹੁੰਦਾ। ਕੋਈ ਵੀ ਆ ਕੇ ਗੁਸਤਾਖੀ ਕਰ ਜਾਂਦਾ, ਫਿਰ ਅਸੀਂ ਬਾਅਦ 'ਚ ਬਹੁਤ ਕੁਝ ਕਰਦੇ ਹਾਂ। ਉਹ ਬਹੁਤ ਕੁਝ ਤੋਂ ਕੀ ਨਿਕਲਦਾ, ਤੁਸੀਂ ਸੀਨੀਅਰ ਪੱਤਰਕਾਰ ਹੋ, ਤੁਹਾਨੂੰ ਪਤਾ ਹੀ ਹੈ ਅਸੀਂ ਕੀ ਕੱਢ ਲਿਆ ਨਾ। 2015 ਤੋਂ ਲੈ ਕੇ ਹੁਣ ਤੱਕ ਅਸੀਂ ਕੀ ਕਰ ਲਿਆ, ਕਿਹਨੂੰ ਕਿਹੜੀ ਸਜ਼ਾ ਦਵਾ ਪਾਏ ਹਾਂ। ਉਸੇ ਸਜ਼ਾ ਦੇ ਵਾਸਤੇ ਹੀ ਅੱਜ ਮਿਲੇ ਹਾਂ। ਪਿੱਛੇ ਅਸੀਂ ਚੰਨੀ ਸਾਹਿਬ ਨੂੰ ਮਿਲੇ ਸੀ 29 ਤਰੀਕ ਨੂੰ। ਉਹਨਾਂ ਨੂੰ ਵੀ ਇਹੀ ਬੇਨਤੀ ਕੀਤੀ ਸੀ ਕਾਨੂੰਨ ਸਖਤ ਕਰ ਦਿਓ। ਬੜਾ ਮਜ਼ਾਕ ਉੱਡਦਾ ਪਿਆ ਜੀ। ਵੇਖੋ ਕਿਸੇ ਨੂੰ ਟੀਚਰ ਕਰ ਦੇਣੀ ਨਾ, ਕਿਸੇ ਦੀ ਪਿਓ ਦੀ ਪੱਗ ਲਾ ਕੇ ਤੇ ਮਗਰੋਂ ਥੋੜੀ ਜਦੋਂ ਜ਼ਮਾਨਤ ਤੇ ਬਾਹਰ ਆ ਜਾਂਦਾ, ਤੇ ਜਦੋਂ ਟੀਚਰਾਂ ਕਰਦਾ ਨਾ ਤੇ ਫਿਰ ਗੱਲ ਕਤਲਾਂ ਤੇ ਜਾਂਦੀ ਆ, ਹੋ ਜਾਂਦੀ ਹੈ ਨਾ ਪਿੰਡਾਂ 'ਚ। ਕਿ ਉਹ ਬਾਹਰ ਆ ਗਿਆ ਸੀ ਤੇ ਉਹਨੇ ਜਾ ਕੇ ਟੀਚਰਾਂ ਕੀਤੀਆਂ ਵੀ ਹੁਣ ਮੇਰਾ ਕੀ ਵਿਗਾੜ ਲਿਆ ਜੇ, ਤੇ ਫਿਰ ਗੋਲੀਆਂ ਚੱਲ ਪੈਂਦੀਆਂ ਨੇ ਪਿੰਡਾਂ 'ਚ। ਤੇ ਹੁਣ ਇਹੀ ਚਾਹੁੰਦੀ ਹੈ ਕਿ ਸਰਕਾਰ ਇਹੀ ਚਾਹੁੰਦੀ ਹੈ ਨਾ। ਹੁਣ ਵੇਖੋ ਸਿੰਘੂ ਬਾਰਡਰ ਤੇ ਜਿਹੜੀ ਘਟਨਾ ਵਾਪਰੀ ਉਹ ਇੱਕ ਕਿੱਡਾ ਵੱਡਾ ਰਿਐਕਸ਼ਨ ਸੀ। ਅੱਜ ਲੋਕਾਂ ਨੂੰ ਲੱਗਿਆ ਕਿ ਹਾਂ ਇਹ ਕਿਉਂ ਹੋ ਗਿਆ? ਇਹ ਅਤਿਆਚਾਰ ਹੈ। ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਸੀ ਉਹ ਕਿ ਅਤਿਆਚਾਰ ਨਹੀਂ ਸੀ? ਜਿਹੜੇ ਉੱਥੇ ਅੰਗ ਪਾੜੇ ਗਏ, ਜਿਹੜੇ ਉੱਥੇ ਬਰਗਾੜੀ 'ਚ, ਜਿਹੜੀ ਉੱਥੇ ਬੁਰਜ ਨਿਵਾਰ ਸਿੰਘ ਵਾਲਾ 'ਚ, ਉਹ ਕੀ ਅਤਿਆਚਾਰ ਨਹੀਂ ਸੀਗਾ? ਸਾਨੂੰ ਸੋਚਣਾ ਬਣਦਾ ਹੈ ਨਾ। ਇਹ ਕਿਉਂ ਇੱਥੋਂ ਤੱਕ ਗੱਲ ਆਉਣ ਦਿੱਤੀ ਕਿ ਐਡਾ ਵੱਡਾ ਹੁਣ ਕਿਸੇ ਦਾ ਗੁਬਾਰਾ ਪ੍ਰੈਸ਼ਰ ਪਾਈ ਜਾਓ, ਕਿਸੇ ਦਿਨ ਤਾਂ ਫਟਣਾ ਹੀ ਆ। ਅਸੀਂ ਇਹ ਨਹੀਂ ਚਾਹੁੰਦੇ ਕਿ ਉਹ ਸਾਰਾ ਕੁਝ ਹੋਏ, ਬਾਰ-ਬਾਰ ਹੋਏ। ਇਸੇ ਲਈ ਅਸੀਂ ਮਿਲੇ ਹਾਂ। 29 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਸੀ। ਅੱਜ ਅਸੀਂ 1 ਨਵੰਬਰ ਨੂੰ ਮਿਲ ਕੇ ਆਏ ਹਾਂ ਉਪ ਮੁੱਖ ਮੰਤਰੀ ਸਾਹਿਬ ਨੂੰ, ਰੰਧਾਵਾ ਸਾਹਿਬ ਨੂੰ ਮਿਲੇ ਹਾਂ। ਉਹਨਾਂ ਨੇ ਬੜੀ ਹੀ ਵਧੀਆ ਕਮਿਟਮੈਂਟ ਖੈਰ ਸਾਨੂੰ ਦਿੱਤੀ ਹੈ। ਅਸੀਂ ਮੰਗ ਤਾਂ ਕੀਤੀ ਸੀ ਕਿ ਮੈਮੋਰੈਂਡਮ ਜੋ ਦਿੱਤਾ ਸੀ ਉਹ ਕਤਲ ਦੀ ਸਜ਼ਾ ਦਾ ਦਿੱਤਾ ਸੀ। ਉਹ ਕਹਿੰਦੇ ਸੀ ਵੀ ਇਹ ਨਹੀਂ ਅਜੇ ਹੋ ਪਾਉਣਾ, ਅਸੀਂ ਜਿਹੜਾ ਕਰ ਸਕਦੇ ਅਸੀਂ ਉਹ ਕਰਦੇ ਪਏ ਹਾਂ। ਉਹਨਾਂ ਨੇ ਕਿਹਾ 10 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਜਿਹੜਾ ਉਹਦਾ ਕੇਸ ਅਸੀਂ ਬੜਾ ਸਟਰੋਂਗਲੀ ਪੁੱਟ ਅਪ ਕੀਤਾ ਹੋਮ ਮਿਨਿਸਟਰੀ ਨੂੰ, ਸੈਂਟਰ ਦੀ ਨੂੰ। ਅਮਿਤ ਸ਼ਾਹ ਜੀ ਦੇ ਨਾਲ ਉਹਨਾਂ ਦੱਸਿਆ ਕਿ ਮੇਰੀ ਮੀਟਿੰਗ ਹੈ, ਦੀਵਾਲੀ ਤੋਂ ਬਾਅਦ ਮੈਂ ਖੁਦ ਵੀ ਮਿਲਣ ਜਾ ਰਿਹਾ ਤੇ 10 ਸਾਲ ਦੀ ਜਿਹੜੀ ਸਜ਼ਾ ਆ ਉਹ ਨਿਰਧਾਰਿਤ ਹੋਏਗੀ, ਨਾਨ ਅਵੇਲੇਬਲ ਹੋਏਗਾ। ਜੋ ਲੋਕ ਅਜੇ ਵੀ ਨਹੀਂ ਸੁਧਰਦੇ, ਜੋ ਲੋਕ ਪਿੰਡਾਂ ਦੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਨੇ। ਪਿੱਛੇ ਜੇ ਬਹੁਤ ਖਬਰਾਂ ਆਈਆਂ ਨੇ, ਇੱਕ ਬੀਬੀ ਜਿਹੜੀ ਹੈ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਲੇ ਦੁਆਲੇ ਘੁੰਮ ਕੇ ਫਿਰ ਅਗਨ ਭੇਟ ਕਰ ਦਿੰਦੀ ਹੈ। ਉਸ ਤੋਂ ਬਾਅਦ ਹੋਰ ਜਿਹੜੇ ਕਿੱਸੇ ਲਗਾਤਾਰ ਸਾਹਮਣੇ ਆਉਂਦੇ ਨੇ। ਘਾਟ ਕਿੱਥੇ ਹੈ? ਕਿਉਂਕਿ ਪਿੰਡਾਂ ਦੇ ਵਿੱਚ ਸੇਵਾਦਾਰ ਜਿਹੜੇ ਨਿਯੁਕਤ ਕੀਤੇ ਗਏ ਨੇ ਉਹਨਾਂ 'ਚ ਘਾਟ ਹੈ, ਜਾਂ ਫਿਰ ਉੱਥੇ ਜਿਹੜੇ ਸ਼ਰਧਾਲੂ ਨੇ ਉਹਨਾਂ 'ਚ ਘਾਟ ਹੈ? ਘਾਟ ਕਿਹਦੇ ਵਿੱਚ ਹੈ? ਵੇਖੋ ਘਾਟ ਸਾਰਿਆਂ ਦੇ ਵਿੱਚ ਘਾਟ ਹੈ ਜੀ। ਪ੍ਰਬੰਧਕਾਂ ਦੇ ਵਿੱਚ ਘਾਟ ਹੈ, ਵੱਡੀਆਂ ਕਮੇਟੀਆਂ 'ਚ ਘਾਟ ਹੈ।
ਸਰਕਾਰਾਂ ਦੇ ਵਿੱਚ ਘਾਟ ਹੈ ਤੇ ਸੰਗਤਾਂ ਦੇ ਵਿੱਚ ਵੀ ਘਾਟ ਹੈ। ਸੰਗਤ ਅਵੇਸਲੀ ਹੋਈ ਰਹੀ। ਅਸੀਂ 2015 ਦੇ ਵਿੱਚ ਘਟਨਾ ਵਾਪਰੀ ਸੀ, ਉਦੋਂ ਤੋਂ ਜੇ ਜਾਗ ਪੈਂਦੇ ਨਾ ਤੇ ਸ਼ਾਇਦ ਅੱਜ 400 ਦਾ ਅੰਕੜਾ ਨਾ ਟੱਪਦਾ। ਤੁਸੀਂ ਸੀਨੀਅਰ ਪੱਤਰਕਾਰ ਹੋ, ਜਦੋਂ ਵੀ ਕਿਸੇ ਮੌਕੇ ਤੇ ਜਾਂਦੇ ਹੋ ਕੀ ਉਹਦੇ 'ਚ ਗੱਲ ਕੀ ਨਿਕਲਦੀ ਆ ਕਿ ਉੱਥੇ ਕੋਈ ਮੌਜੂਦ ਨਹੀਂ ਸੀ, ਹੈ ਨਾ, ਦਰਬਾਰ ਸੁਣਨਾ ਸੀ। ਸੋ ਇਹ ਲਹਿਰ ਜਿਹੜੀ ਉਹ ਸੁੰਨੇ ਦਰਬਾਰਾਂ ਦੇ ਵਿੱਚ ਰੌਣਕ ਲਿਆਉਣਾ ਚਾਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਦਰਬਾਰ ਜਦੋਂ ਸਵੇਰੇ ਦਰਬਾਰ ਸਜਿਆ ਹੁੰਦਾ ਹੈ, ਉਦੋਂ ਬਾਅਦ ਆਪਾਂ ਪ੍ਰਸ਼ਾਦ ਲੈ ਕੇ ਘਰਾਂ ਨੂੰ ਚੱਲ ਜਾਂਦੇ ਹਾਂ ਤੇ ਬਾਅਦ ਦੀ ਜ਼ਿੰਮੇਵਾਰੀ ਨਹੀਂ ਸਾਂਭਦੇ। ਉਸੇ ਲਈ ਸੰਗਤਾਂ ਨੂੰ ਜਾਗਰੂਕ ਕਰਦੇ ਪਏ। ਅਸੀਂ 70 ਸਮਾਗਮ ਕਰ ਚੁੱਕੇ ਹਾਂ, ਕਰੀਬ 50,000 ਸੰਗਤ ਦੇ ਨਾਲ ਅਸੀਂ ਰੂਬਰੂ ਹੋ ਚੁੱਕੇ ਹਾਂ। ਇੱਕ ਅਸੀਂ ਚੇਤਨਾ ਮਾਰਚ ਵੀ ਲੈ ਕੇ ਗਏ ਸੀ ਦਰਬਾਰ ਸਾਹਿਬ, ਕਰੀਬ 3,500 ਸੰਗਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਲੈ ਕੇ ਅਸੀਂ ਦਰਬਾਰ ਸਾਹਿਬ ਗਏ ਸੀ। ਇਹੀ ਚੇਤਨਾ ਜਗਾ ਰਹੇ ਹਾਂ ਕਿ ਗੁਰੂ ਦਾ ਦਰਬਾਰ ਸੁਣਨਾ ਨਹੀਂ ਛੱਡਣਾ। ਇਹ ਸਾਰਾ ਕੁਝ ਇਸ ਲਈ ਵਾਪਰਿਆ। ਵੇਖੋ, ਦੋ ਮੁਹਾਜਾਂ ਤੇ ਸਾਨੂੰ ਜੰਗ ਕਰਨੀ ਪੈਣੀ ਹੈ। ਇੱਕ ਸਰਕਾਰਾਂ ਨੂੰ ਅਸੀਂ ਇਹ ਪ੍ਰੈਸ਼ਰ ਦਿੰਦੇ ਰਹਿਣਾ, ਉਹਨਾਂ ਨੂੰ ਕਹਿੰਦੇ ਰਹਿਣਾ ਵਾ। ਸਰਕਾਰਾਂ ਕਿਹੜੀਆਂ ਉਪਰੀਆਂ ਨੇ? ਸਾਡੇ ਪਿੰਡਾਂ ਦੇ ਵਿੱਚੋਂ ਐਮਐਲਏ ਚੁਣ ਕੇ ਆਉਂਦੇ ਨੇ ਨਾ, ਅਸੀਂ ਵੋਟਾਂ ਪਾਉਂਦੇ ਆ ਤੇ ਅੱਜ ਉਹ ਜਿਹੜੇ ਬਣੇ ਨੇ ਉਹ ਸਾਡੇ ਵਾਸਤੇ ਬਣੇ ਨੇ। ਤੇ ਗੁਰੂ ਗ੍ਰੰਥ ਸਾਹਿਬ ਤਾਂ ਸਾਰਿਆਂ ਦਾ ਹੀ ਨਾ। ਚਾਹੁੰਦਾ ਹੈ ਸੰਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ। ਤੁਸੀਂ ਤਾਂ ਸਰਬ ਧਰਮ ਸੰਮੇਲਨ ਕੰਡਕਟ ਕਰਦੇ ਹੋਗੇ, ਕਵਰ ਕਰਦੇ ਹੋਗੇ। ਸਭ ਤੋਂ ਵੱਧ ਹਵਾਲੇ ਜੇ ਸਰਬ ਧਰਮ ਸੰਮੇਲਨਾਂ ਚ ਆਉਂਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਆਉਂਦੇ ਨੇ। ਚਾਹੇ ਕੋਈ ਹਿੰਦੂ ਵਿਦਵਾਨ ਬੋਲਦਾ ਹੈ, ਮੁਸਲਮਾਨ ਬੋਲਦਾ, ਕੋਈ ਜਿਹੜਾ ਵੀ ਬੋਲਦਾ, ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਟ ਕਰਦਾ ਕਿ ਜੇ ਵਿਸ਼ਵ ਦੇ ਵਿੱਚ ਕਿਤੇ ਸ਼ਾਂਤੀ ਆ ਸਕਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਆ ਸਕਦੀ ਹੈ। ਪਰ ਅੱਜ ਸਵਾਲ ਇਹ ਹੈ ਨਾ, ਹੁਣ ਇਹ ਕੌਣ ਲੋਕ ਨੇ ਜਿਹੜੇ ਪੰਜਾਬ 'ਚ ਸ਼ਾਂਤੀ ਲਿਆਉਣਾ ਚਾਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਇੰਨੀ ਵਾਰੀ ਬੇਅਦਬੀ ਕਰਕੇ? ਇਹ ਅੱਗਾਂ ਲਾ ਰਹੇ ਨੇ ਨਾ। ਹੁਣ ਪਾਣੀ ਦੇ ਥੱਲੇ ਅੱਗ ਬਾਲੋਗੇ ਤੇ ਪਾਣੀ ਉਬਲੇਗਾ ਨਾ। ਨਾਲੇ ਤੁਸੀਂ ਅੱਗ ਬਾਲ ਲੈ, ਨਾਲੇ ਪਾਣੀ ਨੂੰ ਕਹਿੰਦੇ ਉਬਲਣਾ। ਹੁਣ ਸਿੰਘੂ ਬਾਰਡਰ ਤੇ ਇਹੀ ਹੋਇਆ ਨਾ। ਹੁਣ ਇਹ ਰਿਐਕਸ਼ਨ ਹੋ ਗਿਆ। ਜੇ 400 ਵਾਰ ਕਿਸੇ ਦੇ ਹਮਲਾ ਬੋਲੋਗੇ ਨਾ, ਅਸੀਂ ਤਾਂ ਉਸ ਅਵਸਥਾ 'ਚ ਜਾ ਕੇ ਬੋਲੀਏ ਨਾ ਜਿਹੜਾ ਦਰਦ ਹੈ। ਸਾਡਾ ਦਰਦ ਨਹੀਂ ਤੁਸੀਂ ਜਾਣਦੇ। ਉਹ ਤੁਸੀਂ ਕਿਸੇ ਨੇ ਪੁੱਛਿਆ ਸਾਨੂੰ ਆ ਕੇ ਸਿੰਘੂ ਬਾਰਡਰ ਦੀ ਘਟਨਾ ਤੋਂ ਬਾਅਦ ਤਾਂ ਬੜਿਆਂ ਨੇ ਕਹਿਤਾ ਇਹ ਬੜੇ ਕਰੂਰ ਨੇ, ਬੜੇ ਆਹ ਵਾਹ ਵਾ। ਕਦੀ ਕਿਸੇ ਨੇ ਆ ਕੇ ਪੁੱਛਿਆ? ਕਿਸੇ ਦੇ ਘਰ ਗਏ ਹੋ, ਕਿਸੇ ਗੁਰਦੁਆਰਾ ਸਾਹਿਬ 'ਚ ਗਏ ਹੋ, ਉੱਥੇ ਜਾ ਕੇ ਪੁੱਛਿਆ ਉਹ ਅੱਜ ਤੁਹਾਡੇ ਗੁਰੂ ਦੀ ਬੇਅਦਬੀ ਹੋਈ ਹੈ, ਅਸੀਂ ਤੁਹਾਡੇ ਨਾਲ ਖੜੇ? ਕੋ ਖੜਿਆ ਸੀ ਤੁਸੀਂ ਆਏ ਸਾਡਾ ਦੁੱਖ ਵੰਡਾਉਣ? ਇੱਕ ਘਟਨਾ ਤੁਹਾਨੂੰ ਸੁਣਾ ਦੇਵਾਂ, ਵਿਜ਼ਨ ਪੰਜਾਬ ਵਾਲਿਓ, ਇੱਕ ਘਟਨਾ ਤੁਹਾਨੂੰ ਸੁਣਾ ਦੇਵਾਂ। ਸਾਡਾ ਦਰਦ ਕੀ ਹੈ, ਸਾਡਾ ਰਿਸ਼ਤਾ ਕੀ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲ। ਹਉ ਪੂਤ ਤੇਰਾ ਤੂੰ ਬਾਪ ਮੇਰਾ, ਸਾਡਾ ਰਿਸ਼ਤਾ ਹੈ, ਪਿਓ ਪੁੱਤ ਦਾ ਰਿਸ਼ਤਾ। ਉਹ ਪਿਓ ਦੀ ਪੱਗ ਨੂੰ ਹੱਥ ਪਾਓਗੇ, ਉਹ ਪੁੱਤ ਕਦੋਂ ਤੱਕ ਜਰਦਾ ਰਹੇਗਾ? ਇੱਕ ਬੱਚੀ ਦੀ ਘਟਨਾ ਸੁਣਾ ਰਿਹਾ, ਸੱਚੀ ਘਟਨਾ। ਜਦੋਂ ਬੇਅਦਬੀ ਹੋਈ ਨਾ, ਇੱਕ ਬੱਚੀ ਘਰ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਸੀ, ਬੜਾ ਪਿਆਰ ਪੈ ਗਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਨਾਲ। ਬੇਅਦਬੀ ਦੀ ਘਟਨਾ ਵਾਪਰੀ। ਹੁਣ ਘਰ ਦੇ ਵਿੱਚ ਇਕੱਲੀ ਸੀ ਵਿਚਾਰੀ, ਕੀ ਕਰਦੀ? ਉਹਨੇ ਕੀ ਕੀਤਾ, ਦੁੱਧ ਗਰਮ ਕੀਤਾ, ਵਿੱਚ ਹਲਦੀ ਘੋਲੀ, ਵਿੱਚ ਥੋੜਾ ਜਿਹਾ ਦੇਸੀ ਘਿਓ ਪਾਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਜਾ ਕੇ ਰੱਖ ਕੇ ਨਾ ਇੱਕ ਅਰਦਾਸ ਕੀਤੀ। ਉਹ ਬੇਦਰਦੀਓ ਸੁਣਿਓ, ਸਾਡਾ ਦਰਦ ਕੀ ਹੈ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਦੋਂ ਰੱਖ ਕੇ ਅਰਦਾਸ ਕੀਤੀ, ਉਹਨੇ ਕਿਹਾ, ਇੱਕ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੈਂ ਸੁਣਿਆ ਆਪਣੇ ਵੱਡਿਆਂ ਤੋਂ ਕਿ ਸੱਟ ਲੱਗੀ ਹੋਏ ਨਾ, ਤੇ ਗਰਮ ਦੁੱਧ 'ਚ ਹਲਦੀ ਪਾ ਕੇ ਪੀਏ ਨਾ, ਛੇਤੀ ਆਰਾਮ ਆ ਜਾਂਦਾ ਹੈ। ਅੱਜ ਦੁਸ਼ਮਣਾਂ ਨੇ ਤੁਹਾਡੇ ਅੰਗਾਂ ਤੇ ਵਾਰ ਕੀਤਾ, ਸਾਡੇ ਵਾਸਤੇ ਪੰਨੇ ਨਹੀਂ ਹੈ। ਉਹ 1430 ਅੰਗ ਨੇ ਗੁਰੂ ਗ੍ਰੰਥ ਸਾਹਿਬ ਦੇ, ਸਾਡੇ ਬਾਪ ਦੇ ਅੰਗ ਨੇ ਜਿਹੜੇ ਉਹਨਾਂ ਤੇ ਵਾਰ ਕਰਦੇ ਨੇ। ਸਾਨੂੰ ਦਰਦ ਹੁੰਦਾ ਹੈ, ਅਸੀਂ ਉਹ ਦਰਦ ਵਿਅਕਤ ਕਰਨ ਵਾਸਤੇ ਆਏ ਹਾਂ, ਉਹ ਦੱਸਣ ਆਏ ਹਾਂ ਦੁਨੀਆ ਨੂੰ। ਉਹ ਇਦੋਂ ਵੱਡਾ, ਇਦੋਂ ਸਾਂਝੀ ਵਾਲਤਾ ਵਾਲਾ ਗੁਰੂ, ਇਦੋਂ ਖੁੱਲੀ ਬਾਹਾਂ ਵਾਲਾ ਗੁਰੂ ਕਿਤੇ ਕੋਈ ਮਿਲ ਸਕਦਾ ਹੈ? ਸਾਨੂੰ ਦਰਦ ਹੁੰਦਾ ਹੈ। ਇਹ ਦਰਦ ਸਮਝੋ ਸਾਡਾ, ਇਹਦੇ ਤੇ ਮਰਮਾ ਲਾਓ। ਆ ਜਾਓ, ਇਹ ਦੁਬਾਰਾ ਕੋਈ 78 ਕੋਈ 84 ਨਾ ਵਰਤਾਓ। ਆਓ ਇਕੱਠੇ ਹੋ ਜਾਈਏ। ਉਹ ਸਾਨੂੰ ਵੰਡਣਾ ਚਾਹੁੰਦੇ ਨੇ। ਉਦੋਂ ਵੀ ਸਰਕਾਰਾਂ ਦੇ ਪੱਲੇ ਕੱਖ ਨਹੀਂ ਸੀ ਤੇ ਅੱਜ ਵੀ ਨਹੀਂ ਹੈਗਾ। ਤੁਸੀਂ ਸੀਨੀਅਰ ਪੱਤਰਕਾਰ ਜਾਣਦੇ ਹੋ, ਸਰਕਾਰਾਂ ਦੇ ਪੱਲੇ ਅੱਜ ਕੁਝ ਨਹੀਂ। ਦੱਸਣ ਨੂੰ ਚੋਣਾਂ ਸਿਰ ਤੇ ਨੇ, ਉਹ ਲੜਾਉਣਾ ਚਾਹੁੰਦੇ ਨੇ। ਇਹ ਆਪਸ 'ਚ ਲੜ ਪੈਣਗੇ ਨਾ, ਇੱਕ ਦੂਜੇ ਨਾਲ ਹਿੰਦੂ ਸਿੱਖ ਜਾਂ ਦੂਜੇ ਤੋਂ ਉੱਥੇ ਹੋ ਜਾਣਗੇ ਤੇ ਅੱਧੇ ਉੱਧਰ ਵੋਟ ਪਾ ਦੇਣਗੇ, ਅੱਧੇ ਉੱਧਰ। ਸਾਡੀ ਵੋਟ ਸਿਕਿਉਰ ਹੋ ਜਾਊਗੀ ਕਿਉਂਕਿ ਕਿਸਾਨ ਮੋਰਚੇ ਕਰਕੇ ਸਾਨੂੰ ਤਾਂ ਵੋਟ ਪਾਉਣੀ ਨਹੀਂ ਕਿਸੇ ਨੇ। ਮਸਲਾ ਇਹ ਆ। ਸੋ ਪੰਜਾਬੀਓ, ਹੁਸ਼ਿਆਰ ਹੋ ਜਾਓ, ਇਹਨਾਂ ਦੀਆਂ ਚਾਲਾਂ ਦੇ ਵਿੱਚ ਨਹੀਂ ਜਿਉਣਾ। ਇਹ ਸੋਸ਼ਲ ਮੀਡੀਆ ਦਾ ਜ਼ਮਾਨਾ, ਇਹ ਟੀਵੀ ਚੈਨਲਾਂ ਦਾ ਜ਼ਮਾਨਾ ਹੈ। ਉਹ ਜ਼ਮਾਨਾ ਲੰਘ ਗਿਆ ਜਦੋਂ ਇਹ ਸਾਨੂੰ ਲੜਾ ਲੈਂਦੇ ਸੀ, ਜਦੋਂ ਸਾਨੂੰ ਬੇਵਕੂਫ ਬਣਾ ਲੈਂਦੇ ਸੀ। ਚਾਹੁੰਦਾ ਹੈ ਸੰਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ। ਇਹ ਸੱਚ ਹੈ, ਇਹ ਸੱਚ ਹੈ, ਸੱਚ ਰਹਿਣਾ। ਅੱਜ ਪਿੰਡ ਦੇ ਵਿੱਚ ਜਿੱਥੇ ਵੀ ਅਸੀਂ ਜਾਂਦੇ ਹਾਂ, ਉੱਥੇ ਸਾਰੇ ਧਰਮਾਂ ਵਾਲੇ ਆਉਂਦੇ ਨੇ ਸਾਡੇ ਕੋਲ ਝੰਡਾ ਲੈਣ ਵਾਸਤੇ। ਆ ਜਦੋਂ ਅਸੀਂ ਝੰਡਾ ਦਿੰਦੇ ਹਾਂ, ਉਹਨੇ ਸਿੱਖ ਨਹੀਂ ਝੰਡਾ ਫੜਦੇ ਜਿੰਨੇ ਮੁਸਲਮਾਨ, ਤੇ ਮਾਫ ਕਰਨਾ, ਜਿੰਨੇ ਹਿੰਦੂ ਵੀਰ ਉਹਨਾਂ ਦੇ ਬੱਚੇ ਫੜਦੇ ਨੇ।
ਉਹ ਝੰਡੇ ਲੈ ਕੇ ਤੇ ਇਸ ਗੱਲ ਦਾ ਪ੍ਰਗਟਾਵਾ ਕਰਦੇ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਨੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਤਾਂ ਦੇਖੋ, ਫਿਰ ਪਤਾ ਲੱਗੇਗਾ ਕਿ ਇਕੱਲੇ ਸਿੱਖਾਂ ਦਾ ਕਿ ਸਾਰਿਆਂ ਦਾ। ਇੱਥੇ ਬ੍ਰਾਹਮਣ ਬੈਠੇ ਨੇ, ਰਾਮਾਨੰਦ ਜੀ ਬੈਠੇ ਨੇ, ਪਰਮਾਨੰਦ ਜੀ ਬੈਠੇ ਨੇ, ਬਾਬਾ ਫਰੀਦ ਸਾਹਿਬ ਬੈਠੇ ਨੇ, ਮੁਸਲਮਾਨ ਬੈਠੇ, ਭਗਤ ਕਬੀਰ ਜੀ ਬੈਠੇ ਨੇ, ਨਾਮਦੇਵ ਜੀ ਬੈਠੇ ਨੇ, ਰਵਿਦਾਸ ਜੀ ਬੈਠੇ ਨੇ। ਕਿਹੜਾ ਨਹੀਂ ਹੈਗਾ। ਉਹ ਕਿਸੇ ਦੇ ਤਾਂ ਬਣ ਜਾਓ, ਕਿਸੇ ਦੇ ਤਾਂ ਬਣ ਜਾਓ। ਬੇਅਦਬੀਆਂ ਕਰਨ ਵਾਲਿਓ, ਇਹ ਕੁੱਲਾਂ ਨਾਸ ਹੋ ਜਾਣੀਆਂ ਜੇ। ਇਹਨੂੰ ਸਿਰਫ ਇਹ ਨਾ ਸਮਝੋ ਕਿ 20-30 ਹਜ਼ਾਰ ਰੁਪਈਆ ਲੈ ਲਿਆ, ਉਹ ਇਹ ਤਾਂ ਪੈਸੇ ਦਾ ਤਾਂ ਪਤਾ ਨਹੀਂ, ਇਹ ਤੁਹਾਡੀਆਂ ਕੁੱਲਾਂ ਨਾਸ ਹੋ ਜਾਣੀਆਂ ਜੇ। ਇਹਨਾਂ ਗੱਲਾਂ 'ਚ ਨਾ ਪਾਓ। ਪੈਗੰਬਰ ਹੁੰਦੇ ਨੇ, ਰੱਬ ਹੁੰਦਾ। ਕੋਈ ਕਿਹਾ ਰੱਬ ਨਹੀਂ ਬਣ ਜਾਂਦਾ। ਜਿਹੜਾ ਰੱਬ ਹੁੰਦਾ ਉਹ ਰੱਬ ਹੀ ਹੁੰਦਾ। ਤੇ ਰੱਬ ਕਦੀ ਕਹਿੰਦਾ ਨਹੀਂ ਮੈਂ ਰੱਬ ਹਾਂ। ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ। ਰੱਬ ਹੁੰਦਿਆਂ ਹੋਇਆਂ ਵੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਗੁਰੂ ਨਾਨਕ ਸਾਹਿਬ ਆਏ ਸੀ, ਪਰ ਸਾਰੀ ਉਮਰ ਕਿਤੇ ਵੀ ਉਹਨਾਂ ਇਹ ਨਹੀਂ ਕਿਹਾ ਕਿ ਮੈਂ ਗੁਰੂ ਹਾਂ ਜਾਂ ਮੈਂ ਰੱਬ ਹਾਂ। ਜਿਹੜਾ ਰੱਬ ਹੁੰਦਾ ਉਹ ਰੱਬ ਹੀ ਹੁੰਦਾ। ਸੋ ਆਪਾਂ ਬੰਦੇ ਬਣ ਜਾਈਏ ਤੇ ਇੰਨਾ ਹੀ ਬਹੁਤ ਹੈ। ਹੋਰ ਜ਼ਖਮ ਨਾ ਦਿਓ। ਤੇ ਸਿੱਖਾਂ ਸੰਗਤਾਂ ਨੂੰ, ਗੁਰੂ ਨਾਨਕ ਨਾਮ ਲੇਵਾ ਨੂੰ, ਸਾਰਿਆਂ ਨੂੰ ਇਹ ਬੇਨਤੀ ਹੈ, ਉਹ ਹੱਥ ਜੋੜ ਕੇ ਬੇਨਤੀ ਹੈ, ਆਪਣੀ ਸੇਵਾ ਸਾਂਭ ਲਓ। ਗੁਰੂ ਘਰ ਦਾ ਦਰਬਾਰ ਜਿਹੜਾ ਕਦੀ ਵੀ ਸੁਣਨਾ ਨਾ ਛੱਡੋ, ਤਾਂ ਕਿ ਇਹ ਬੇਅਦਬੀਆਂ ਰੁਕ ਸਕਣ। ਉੱਦਾਂ ਨਹੀਂ ਜੇ ਰੁਕਣੀਆਂ। ਇਹ ਸਾਰੇ ਮਜ਼ਾ ਲੈ ਰਹੇ ਨੇ। ਇਹ ਤੂੰ ਮੈਂ ਦੀ ਸਿਰ ਖੇਡਾਂ ਜਿਹੜੀਆਂ ਚੱਲਦੀਆਂ ਪਈਆਂ ਨੇ, ਦਬਾਅ ਬਣਾਓਗੇ, ਇਹਨਾਂ ਨੂੰ ਅਹਿਸਾਸ ਹੋਏਗਾ ਕਿ ਇਹਨਾਂ ਦੇ ਹਿਰਦੇ ਦਰਦ ਵੱਜਿਆ, ਇਹਨਾਂ ਦੇ ਕਰਕ ਕਲੇਜੇ ਮਾਹੇ। ਅੱਜ ਅਸੀਂ ਪੀੜੀ ਦੱਸਣ ਆਏ ਸੀ। ਗੁਰਬਾਣੀ ਦਾ ਇੱਕ ਪੰਗਤੀ ਹੈ ਗੁਰੂ ਨਾਨਕ ਸਾਹਿਬ ਦੇ ਵੇਲੇ ਦੀ, ਵੈਦ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਹਾਂ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ, ਭੋਲਾ ਵੈਦ ਨਾ ਜਾਣੇ ਕਰਕੇ ਕਲੇਜੇ ਮਾਹੇ। ਪੀੜ ਜਿਹੜੀ ਹੈ ਨਾ ਸੀਨੇ ਦੇ ਅੰਦਰ ਹੈ। ਅੱਜ ਅਸੀਂ ਵੀ ਇਹਨਾਂ ਵੈਦਾਂ ਕੋਲ ਹੀ ਆਏ ਹਾਂ। ਇਹ ਚਾਹੇ ਚੰਨੀ ਸਾਹਿਬ ਹੈ, ਚਾਹੇ ਸੁਖਬੀਰ ਬਾਦਲ ਹੈ, ਚਾਹੇ ਦੂਜੇ ਵੀ, ਅਸੀਂ ਉਹਨਾਂ ਨੂੰ ਵੀ ਬੇਨਤੀ ਕਰਨੀ ਹੈ ਕਿ ਸਾਡੇ ਦਰਦ ਸਮਝੋ। ਇਹ ਸਿੱਖ ਸੰਗਤਾਂ ਦਾ ਦਰਦ ਹੈ, ਇਹਨੂੰ ਸਮਝੋ, ਪਛਾਣੋ। ਇਹਦਾ ਹੱਲ ਕਰਨਾ ਤੁਹਾਡਾ ਫਰਜ਼ ਹੈ। ਇਹ ਤੁਹਾਡਾ ਫਰਜ਼ ਹੈ। ਤੁਸੀਂ ਹੋਰ ਬੜੇ ਚੱਕਰਾਂ 'ਚ ਪਏ ਹੋ। ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰ ਲਓਗੇ ਤਾਂ ਮੈਂ ਸਮਝਦਾ ਰਾਜ ਭਾਗ ਤਾਂ ਤੁਹਾਨੂੰ ਰੱਬ ਨੇ ਵੈਸੇ ਹੀ ਦੇ ਦੇਣਾ। ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸੋ ਪੰਜਾਬ ਦੀ ਹਵਾ ਦੇ ਵਿੱਚ ਇੱਕ ਵੱਖਰੀ ਚੀਜ਼ ਮਹਿਸੂਸ ਕੀਤੀ ਜਾ ਸਕਦੀ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਦੋਸ਼ੀ ਨੇ ਅਜੇ ਤੱਕ ਹਿਰਾਸਤ ਦੇ ਵਿੱਚ ਨਹੀਂ ਆਏ। ਦੇਖੋ, ਹੱਥਾਂ ਦੇ ਵਿੱਚ ਝੰਡਾ ਫੜਿਆ ਹੋਇਆ ਹੈ। ਚਾਹੁੰਦਾ ਹੈ ਸੰਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ। ਸੋ ਵੱਡਾ ਸਵਾਲ ਹੈ ਉਹਨਾਂ ਸਿਆਸਤਦਾਨਾਂ ਦੇ ਉੱਤੇ ਜੋ ਕੁਰਸੀ ਸੰਭਾਲਣ ਤੋਂ ਪਹਿਲਾਂ ਤਾਂ ਵੱਡੇ ਦਾਅਵੇ ਕਰਦੇ ਨੇ, ਪਰ ਬਾਅਦ ਦੇ ਵਿੱਚ ਜਦੋਂ ਕਾਰਵਾਈ ਦੀ ਵਾਰੀ ਆਉਂਦੀ ਹੈ, ਜਦੋਂ ਕਰਕੇ ਦਿਖਾਉਣ ਦੀ ਵਾਰੀ ਆਉਂਦੀ ਹੈ, ਤਦੋਂ ਹੱਥ ਪੱਲੇ ਕੁਝ ਨਹੀਂ ਫੜਾਇਆ ਜਾਂਦਾ। ਸੋ ਅੱਜ ਸਿੰਘ ਸਾਹਿਬ ਹੋਣੀ ਵੱਲੋਂ ਹੋਮ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਆਖੀ ਗਈ ਹੈ ਤੇ ਉਹਨਾਂ ਵੱਲੋਂ ਵੀ ਭਰੋਸਾ ਦਿੱਤਾ ਗਿਆ। ਕੈਮਰਾਮੈਨ ਡਿੰਪੀ ਡੋਗਰਾ ਦੇ ਨਾਲ ਸਤਵਿੰਦਰ ਰੰਧਾਵਾ, ਵਿਜ਼ਨ ਪੰਜਾਬ ਟੀਵੀ, ਚੰਡੀਗੜ੍ਹ।